सत श्री अकाल जी। मैं आस करदा तुसीं तंदुरुस्त होवोगे, ठीक ठाक होवोगे। कुछ दिल दीयां गल्लां तुहाडे नाल शेयर करनियां सी। गल आए आ, जे मैं SGPC नूं श्री गुरु ग्रंथ साहब दे पावन सरੂਪਾਂ ते सवाल करदा ते मैनूं ਇਹ कह दित्ता जांदा तूं एजेंसियां दा बंदा ते तेरे ते कानूनी कार्रवाई की जाऊगी। जे मैं सरकारां नूं सवाल करदा ते मैनूं ਇਹ कह दित्ता जांदा ਇਹ देश ਧਰੋਹੀ है, ਇਹ सैपरेटिस्ट नूं बिलोंग करदा। ਤੇ ਜੇ ਮੈਂ ਅੱਜ ਕਿਸਾਨ ਜਥੇਬੰਦੀਆਂ ਨੂੰ ਇਹ ਸਵਾਲ ਕਰਦਾ ਵੀ ਤੁਸੀਂ ਪਹਿਲਾਂ ਤਾਂ ਲੜਾਈ ਤੈਅ ਕਰੋ। ਲੜਾਈ ਤੁਹਾਡੀ ਕੁਝ ਰਿਆਇਤਾਂ ਨੂੰ ਲੈ ਕੇ ਆ ਕਿ ਲੜਾਈ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਸੁਧਾਰਾਂ ਦੀ ਆ, ਉਹਨਾਂ ਦੀ ਜ਼ਿੰਦਗੀਆਂ ਦੇ ਸੁਧਾਰਾਂ ਦੀ ਆ। ਤਾਂ ਉਹਨਾਂ ਨੂੰ ਹੋਰ ਸਵਾਲ ਕਰਦਾ ਵੀ ਜੇ ਕੋਈ ਫੈਸਲੇ ਲੈਣੇ ਆ, ਇਹ ਸੰਘਰਸ਼ ਦੇ ਫੈਸਲੇ ਲੈਣੇ ਆ, ਇਹਨਾਂ ਨੂੰ ਬੰਦ ਕਮਰਿਆਂ 'ਚ ਨਾ ਲਿਆ ਜਾਵੇ, ਇਹਨਾਂ ਨੂੰ ਸਰਕਾਰਾਂ ਦੇ ਨਾਲ ਮੀਟਿੰਗਾਂ ਕਰਕੇ ਨਾ ਲਿਆ ਜਾਵੇ, ਇਹ ਕੋਈ ਓਪਨ ਫੋਰਮ 'ਚ ਲਿਆ ਜਾਵੇ ਜਾਂ ਕੋਈ ਇਹੋ ਜਿਹਾ ਸਿਸਟਮ ਪੈਦਾ ਕਰੀਏ ਜਿੱਥੇ ਚੈੱਕਸ ਐਂਡ ਬੈਲੈਂਸਿਸ ਹੋਣ। ਤਾਂ ਮੇਰੇ ਤੇ ਇਹ ਕਹਿ ਦਿੱਤਾ ਜਾਂਦਾ ਮੈਨੂੰ ਵੀ ਤੂੰ RSS ਦਾ ਬੰਦਾ। ਫਿਰ ਸਾਡੇ ਗਵਈਏ ਵੀਰ ਮੇਰਾ ਟੋਟਲ ਬਾਇਕਾਟ ਕਰ ਦਿੰਦੇ ਆ, ਇਹ ਕਹਿ ਕੇ ਵੀ ਅਸੀਂ ਤਾਂ ਕਿਸਾਨ ਜਥੇਬੰਦੀਆਂ ਦੇ ਨਾਲ ਆ ਤੇ ਤੁਸੀਂ ਤਾਂ ਕੋਈ ਨਵੀਂ ਰਾਜਨੀਤੀ ਜਾਂ ਰਾਜਨੀਤਿਕ ਧਿਰ ਕੋਈ ਪਾਰਟੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ। ਗੱਲ ਆਏ ਆ, ਜਦੋਂ ਤੱਕ ਅਸੀਂ ਇਹ ਨਹੀਂ ਸਮਝਾਂਗੇ ਵੀ ਸਾਡੀ ਲੜਾਈ ਕੀ ਆ, ਜਾਂ ਜਦੋਂ ਤੱਕ ਅਸੀਂ ਪੁਰਾਣੇ ਰੀਤੀ ਰਿਵਾਜ ਜਿਹੜੇ ਰਿਵਾਜ ਆ ਉਹਨਾਂ ਦਾ ਖੰਡਨ ਨਹੀਂ ਕਰਾਂਗੇ, ਸਾਡੇ ਹੱਥ ਪੱਲੇ ਹੁਣ ਵੀ ਕੁਝ ਨਹੀਂ ਲੱਗਣਾ। ਸਾਡੇ ਹੱਥ ਪੱਲੇ ਪਹਿਲਾਂ ਵੀ ਕੁਝ ਨਹੀਂ ਲੱਗਿਆ। ਸੋ ਗੱਲ ਇਹ ਆ ਵੀ ਜੇ ਸਾਨੂੰ MSP ਮਿਲ ਗਈ, ਮੇਰਾ ਸਵਾਲ ਆ ਕਿਸਾਨ ਜਿਹੜੇ ਖੁਦਕੁਸ਼ੀਆਂ ਕਰਦੇ ਆ, ਕਿਸਾਨ ਜਿਹੜੇ ਕਰਜ਼ਿਆਂ ਥੱਲੇ ਆ, ਕਿਸਾਨ ਜਿਨ੍ਹਾਂ ਦੀਆਂ ਲਿਮਟਾਂ ਨਹੀਂ ਮੋੜੀਆਂ ਜਾਂਦੀਆਂ, ਉਹ ਸਭ ਕੁਝ ਠੀਕ ਹੋ ਜੂ MSP ਮਿਲਣ ਨਾਲ। ਜਿਹੜੇ ਇੱਕ ਸਟੈਟਿਸਟਿਕਸ ਆ ਨਾ, ਸਟੈਟਿਸਟਿਕਸ ਦੀ ਗੱਲ ਸਮਝੀਏ, 6% ਪੂਰੇ ਦੇਸ਼ ਦੇ ਕਿਸਾਨ ਇਹੋ ਜਿਹੇ ਆ ਜਿਹੜੇ MSP ਯੂਜ਼ ਕਰਦੇ ਆ। ਮਤਲਬ 94% ਕਿਸਾਨ MSP ਯੂਜ਼ ਹੀ ਨਹੀਂ ਕਰਦੇ। ਉਹਨਾਂ ਦੀ ਲੁੱਟ ਖਸੁੱਟ ਤਾਂ MSP ਤੋਂ ਬਿਨਾਂ ਵੀ ਜਾਰੀ ਆ। ਫਿਰ ਅਗਲੀ ਗੱਲ ਆ ਜਿਹੜੀ, ਕੀ ਸਾਡੇ ਨਾਲ ਮਜ਼ਦੂਰ ਜਾਂ ਉਹਨਾਂ ਦੀਆਂ ਜਿਹੜੀਆਂ ਯੂਨੀਅਨਸ ਉਹ ਨਾਲ ਆ? ਕੀ ਸਾਡੇ ਨਾਲ ਆੜ੍ਹਤੀਆ, ਸਾਰੀ ਆੜ੍ਹਤੀਆਂ ਯੂਨੀਅਨ ਸਾਡੇ ਨਾਲ ਆ? ਜੇ ਅਸੀਂ ਕਹੀਏ ਇਹ ਸਾਡੀ ਸਾਰਿਆਂ ਦੀ ਲੜਾਈ ਆ, ਹਜੇ ਤੁਸੀਂ ਲਾਮਬੰਦੀ ਤਾਂ ਕਰਦੇ ਨਹੀਂ। ਅਸੀਂ ਬਹਿ ਜਾਂਦੇ ਆ ਰੇਲਾਂ ਰੋਕਣ, ਇਹ ਤਾਂ ਪੁਰਾਣੇ ਢੰਗ ਆ ਜੀ ਰੇਲਾਂ ਰੋਕਣ ਦੇ। ਜਾਂ ਅਸੀਂ ਮਾਲਸ 'ਚ ਚਲੇ ਗਏ, ਅਸੀਂ ਇਹੋ ਜਿਹੀ ਇੱਕ ਸਿਚੁਏਸ਼ਨ, ਇਹੋ ਜਿਹਾ ਮਾਹੌਲ ਕ੍ਰੀਏਟ ਕਰ ਰਹੇ ਆ ਜਿੱਥੇ ਸੈਂਟਰ ਨੇ ਸਾਡੇ ਤੇ ਐਮਰਜੈਂਸੀ ਇਨਵੋਕ ਕਰ ਦੇਣੀ ਆ। ਤੁਸੀਂ ਇਹ ਦੇਖ ਲਓ, ਬਹੁਤ ਥਾਵਾਂ ਤੋਂ ਮੈਨੂੰ ਇਹ ਖਬਰ ਆਈ ਆ ਵੀ ਜੀ ਆਰਮੀ ਜਾਂ ਪੈਰਾਮਿਲਟਰੀ ਫੋਰਸਿਸ ਦੀਆਂ ਗੱਡੀਆਂ ਪੰਜਾਬ 'ਚ ਐਂਟਰ ਹੋ ਰਹੀਆਂ। ਹੁਣ ਜੇ ਕੱਲ ਨੂੰ ਸਾਡੇ ਤੇ ਸੈਂਟਰ ਨੇ ਇਹ ਕਹਿਤਾ ਵੀ ਸਟੇਟ ਗਵਰਨਮੈਂਟ ਇੱਥੇ ਪ੍ਰੋਟੈਸਟਰਸ ਨੂੰ ਕੰਟਰੋਲ ਕਰਨ 'ਚ ਨਾਕਾਮਯਾਬ ਆ, ਸਿਚੁਏਸ਼ਨ ਬਹੁਤ ਜ਼ਿਆਦਾ ਅਨਕੂਲ ਆ, ਐਮਰਜੈਂਸੀ ਇਨਵੋਕ ਕਰਦੇ, ਉਦੋਂ ਬਾਅਦ ਸਾਡਾ ਪਲਾਨ B ਕੀ ਹੋਊਗਾ? ਸਾਡੇ ਕੋਲੇ ਕੋਈ ਪਲਾਨ B ਨਹੀਂ ਆ। ਕਿਸੇ ਕਿਸਾਨ ਜਥੇਬੰਦੀ ਕੋਲੇ ਕੋਈ ਪਲਾਨ B ਹੈ ਨਹੀਂ। ਉਹ ਸਿਰਫ ਲੱਗੇ ਹੋਏ ਆ, ਟੋਲ ਰੋਕ ਲਓ, ਫਲਾਨੀ ਥਾਂ ਤੇ ਮੌਲ ਬੰਦ ਕਰ ਦਿਓ, ਜਾਂ ਅਸੀਂ ਰੇਲਾਂ ਰੋਕ ਲਓ। ਰੇਲਾਂ ਤਾਂ ਪਿੱਛੇ ਹੀ ਰੋਕੀ ਖੜੇ ਆ ਉਹ। ਸੋ ਕੋਈ ਪਲਾਨ B ਰੱਖ ਕੇ ਨਹੀਂ ਚੱਲਦੇ। ਮੈਂ ਕਿੱਦਾਂ ਦਾ ਕਹੀ ਜਾਂਦਾ ਵੀ ਸਾਨੂੰ ਗੱਲ ਸਮਝਣੀ ਪੈਣੀ ਆ। ਇਹ ਆਰਡੀਨੈਂਸ ਆਉਣੇ, ਕਾਲੇ ਕਾਨੂੰਨ ਆਉਣੇ, ਇਹ ਤਾਂ ਬਿਮਾਰੀ ਦੇ ਲੱਛਣ ਆ। ਰੋਗ ਕੀ ਆ ਤੇ ਉਹਦੀ ਦਵਾਈ ਕੀ ਹੋਣੀ ਚਾਹੀਦੀ ਆ, ਗੱਲ ਇੱਥੇ ਪਈ ਆ। ਰੋਗ ਕੀ ਆ? ਰੋਗ ਇਹ ਆ ਵੀ ਕਿਸਾਨ ਦੀ ਦਸ਼ਾ ਆਰਡੀਨੈਂਸ ਤੋਂ ਆਉਣ ਤੋਂ ਪਹਿਲਾਂ ਵੀ ਬੁਰੀ ਸੀ। ਉਦੋਂ ਪਹਿਲਾਂ ਵੀ ਖੁਦਕੁਸ਼ੀਆਂ ਹੁੰਦੀਆਂ ਸੀ, ਉਦੋਂ ਪਹਿਲਾਂ ਵੀ ਕਿਸਾਨ ਜਾਂ ਮਜ਼ਦੂਰ ਕਰਜ਼ੇ 'ਚ ਸੀ, ਉਹਨਾਂ ਦੇ ਸ਼ੋਸ਼ਣ ਹੁੰਦੇ ਸੀ। ਔਰ ਅਸੀਂ ਇਹ ਗੱਲ ਨੂੰ ਸਮਝ ਹੀ ਨਹੀਂ ਪਾ ਰਹੇ। ਇਹਨਾਂ ਕਿਸਾਨ ਜਥੇਬੰਦੀਆਂ ਨੇ ਸਿਰਫ ਆਰਡੀਨੈਂਸ ਦੇ ਵਿੱਚ MSP ਤੱਕ ਆਪਦੀ ਲੜਾਈ ਲਿਮਟਿਡ ਰੱਖਣੀ ਆ। ਇਹ ਕਿਉਂ ਰੱਖਣੀ ਆ ਇਹਦਾ ਮੈਨੂੰ ਨਹੀਂ ਪਤਾ। ਇਹਨਾਂ ਦੇ ਕੋਈ ਰਾਜਸੀ ਸਰੋਕਾਰ ਵੀ ਹੋ ਸਕਦੇ ਆ, ਇਹਨਾਂ ਦੇ ਕੋਈ ਆਪਸ ਕੋਈ ਪੋਲੀਟੀਕਲ ਐਸੋਸੀਏਸ਼ਨ ਜਾਂ ਮੰਨ ਲਓ ਅਹੁਦਿਆਂ ਦੇ ਸਰੋਕਾਰ ਵੀ ਹੋ ਸਕਦੇ ਆ। ਸਾਰੇ ਨਹੀਂ, ਸਾਰੀਆਂ ਜਥੇਬੰਦੀਆਂ ਦੇ ਸਾਰੇ ਲੀਡਰ ਇੱਕੋ ਜਿਹੇ ਨਹੀਂ ਆ, ਇਹ ਵੀ ਮੈਂ ਗੱਲ ਮੰਨਦਾ। ਪਰ ਜਦੋਂ ਤੱਕ ਅਸੀਂ ਪੂਰਨ ਤੌਰ ਤੇ ਇਹ ਗੱਲ ਨੂੰ ਸਮਝ ਕੇ ਖੰਡਨ ਨਹੀਂ ਕਰਾਂਗੇ, ਪੁਰਾਣੇ ਰੀਤੀ ਰਿਵਾਜਾਂ ਦਾ ਖੰਡਨ ਨਹੀਂ ਕਰਾਂਗੇ, ਉਹਨਾਂ ਨੂੰ ਚੈਲੰਜ ਨਹੀਂ ਕਰਾਂਗੇ, ਤੇ ਕੋਈ ਇਹੋ ਜਿਹਾ ਢਾਂਚਾ ਨਹੀਂ ਸਿਰਜਾਂਗੇ ਜਿੱਥੇ ਸਹੀ ਅਸਲ ਤੌਰ ਤੇ ਕਿਸਾਨਾਂ ਦਾ, ਮਜ਼ਦੂਰਾਂ ਦਾ ਜਾਂ ਹੋਰ ਸਾਰੇ ਵਰਗਾਂ ਦਾ ਕੋਈ ਭਲਾ ਨਾ ਹੋ ਸਕੇ, ਉਦੋਂ ਤੱਕ ਜੇ ਅਸੀਂ ਕਹੀਏ MSP ਲੈ ਕੇ ਬਹਿ ਜਾਂਗੇ, ਇਹ ਕੋਈ ਪ੍ਰਾਪਤੀ ਨਹੀਂ ਆ। ਫਿਰ ਲੋਕ ਤੁਹਾਡੇ 'ਚ
किसान जथेबंदियां नूं मेरी बेनती आ हथ जोड़ के भी थोड़े च एडा बड़ा आपदा मैं भी कहना मैं थोड़े नाल आ एडा बड़ा आपदा भरोसा थोड़े च देता एडी वड्डी आस आ उन्हां नूं थोड़े तो बिकॉज तुसीं ऐकती लाओगे तुसीं पंजाब लई इस धरती लई साडे लोकां लई कुछ लैके डिगोगे पर तुसीं बैठे हो MSPां ते तुसीं बैठे हो भी सरकारां नाल मीटिंग कर लईए जिद्दे असीं बंद कमरिਆਂ 'ਚ सरकारां नाल मीटिंगां करनियां शुरू कर दिंने आ ना 50% ਦਾ ਸੰਘਰਸ਼ ਉੱਥੇ ਹੀ ਅਸੀਂ ਵੇਚ ਦਿੰਨੇ ਆ ਉੱਥੇ 50% ਸੰਘਰਸ਼ ਤਾਂ ਖਤਮ ਹੋ ਜਾਂਦਾ ਹੁਣ ਗੱਲ ਇਹ ਆ ਜਾਂ ਤਾਂ ਆਪਦੇ ਜ਼ਮੀਰਾਂ ਦੀ ਅਸੀਂ ਆਪਦੇ ਆਤਮਾ ਦੀ ਆਵਾਜ਼ ਸੁਣ ਕੇ ਅਸਲ ਗੱਲ ਨੂੰ ਸਮਝ ਕੇ ਲੜਾਈ ਲੜੀਏ ਤੇ ਜਿਹੜੀ ਰੂਹ ਜਿਹੜਾ ਬੰਦਾ ਆਪਦੇ ਜ਼ਮੀਰ ਦੀ ਆਪਦੇ ਅੰਦਰ ਦੀ ਆਵਾਜ਼ ਸੁਣ ਕੇ ਇਸ ਲੜਾਈ 'ਚ ਲੜੂਗਾ ਮੈਂ ਉਹਦੇ ਨਾਲ ਆ ਮੈਂ ਤਾਂ ਜੀ ਤੁਰ ਪਿਆ ਹੁਣ ਤੁਸੀਂ ਕਰ ਲਓ ਜਿਹੜਾ ਮੇਰਾ ਵਿਰੋਧ ਕਰਨਾ ਭੰਡ ਲਓ ਜਿੰਨਾ ਭੰਡਣਾ ਕਹਿ ਦਿਓ ਜਿਹਦਾ ਮਰਜ਼ੀ ਬੰਦਾ ਮੈਂ ਅੱਜ ਤੋਂ ਬਾਅਦ ਮੈਂ ਸਫਾਈ ਵੀ ਨਹੀਂ ਦੇਣੀ ਕੋਈ ਸਫਾਈ ਨਹੀਂ ਦੇਣੀ ਇਸ ਕਰਕੇ ਨਹੀਂ ਦੇਣੀ ਕਿਉਂਕਿ ਮੇਰਾ ਟੀਚਾ ਕੁਛ ਹੋਰ ਆ ਮੇਰੀ ਲੜਾਈ ਸਾਡੀ ਧਰਤੀ ਖਾਤਰ ਸਾਡੇ ਲੋਕਾਂ ਖਾਤਰ ਆ ਤੁਸੀਂ ਤਾਂ ਮੈਨੂੰ ਉਲਝਾਈ ਰੱਖੋਗੇ ਮੈਂ ਤਾਂ ਤੀਜੇ ਕਿ ਦਿਨ ਮੇਰੇ ਤੇ ਕੋਈ ਨਵਾਂ ਸਵਾਲ ਖੜਾ ਕਰ ਦਿੰਦੇ ਹੋ ਇੱਕ ਗੱਲ ਸਮਝਣ ਦੀ ਜ਼ਰੂਰਤ ਆ ਵੀ ਜਦੋਂ ਲੜਾਈ ਸਰਕਾਰਾਂ ਦੇ ਖਿਲਾਫ ਲੜੀ ਜਾਂਦੀ ਆ ਨਾ ਇਹੋ ਜੀ ਰਾਜਸੀ ਧਿਰਾਂ ਦੇ ਖਿਲਾਫ ਸਟੇਟ ਦੇ ਖਿਲਾਫ ਲੜੀ ਜਾਂਦੀ ਆ ਉਦੋਂ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਮੋਰਚੇ ਵਿੱਢਣੇ ਪੈਂਦੇ ਹੁੰਦੇ ਆ ਪਰ ਸਾਡਾ ਟੀਚਾ ਇੱਕੋ ਹੀ ਹੁੰਦਾ ਸਾਡਾ ਟੀਚਾ ਇਹੀ ਹੁੰਦਾ ਵੀ ਸਰਕਾਰਾਂ ਨੂੰ ਬੈਕਫੁੱਟ ਤੇ ਲੈ ਕੇ ਆਈਏ ਸਰਕਾਰਾਂ ਦੀ ਮਜਬੂਰੀ ਕੋਈ ਰਾਜਸੀ ਮਜਬੂਰੀ ਖੜੀ ਕਰ ਦਈਏ ਔਰ ਇਹ ਉੱਥੇ ਜੇ ਅਸੀਂ ਇੱਕ ਦੂਜੇ ਨੂੰ ਨਿੰਦਣ ਲੱਗ ਜਾਈਏ ਤਾਂ ਲੋਕਾਂ 'ਚ ਵਹਿਮ ਤੇ ਭਰਮ ਹੀ ਪੈਦਾ ਹੁੰਦਾ ਹੋਰ ਇਹਦੇ 'ਚੋਂ ਕੋਈ ਹੱਲ ਨਹੀਂ ਨਿਕਲਦਾ ਇਸ ਕਰਕੇ ਹੱਲ ਵੱਲ ਨੂੰ ਤੁਰੋ ਹੱਲ ਵੱਲ ਨੂੰ ਅਸੀਂ ਤਾਂ ਹੀ ਤੁਰਾਂਗੇ ਜੇ ਅਸੀਂ ਰੋਗ ਨੂੰ ਸਮਝ ਸਕੇ ਤੇ ਉਹਦੀ ਦਵਾਈ ਨੂੰ ਲੱਭਣ ਦੀ ਕੋਸ਼ਿਸ਼ ਕਰੀਏ ਅਸੀਂ ਤਾਂ ਲੱਛਣਾਂ ਤੇ ਆ ਕੇ ਲੱਛਣਾਂ ਦੀ ਉਹ ਗੱਲ ਕਰੀ ਜਾਂਦੇ ਆ ਸੋ ਇਹ ਜਿਹੜੇ ਕਾਲੇ ਕਾਨੂੰਨ ਆ ਇਹ ਤਾਂ ਲੱਛਣ ਆ ਅਗਲੀ ਗੱਲ ਮੈਂ ਜੇ ਕਰਦਾ ਜੇ ਕੱਲ ਨੂੰ ਐਮਰਜੈਂਸੀ ਇਨਵੋਕ ਹੋਗੀ ਮੈਂ ਕਿੱਦਾਂ ਦਾ ਇਹ ਗੱਲ ਕਹੀ ਆ ਨਾ ਲਾਮਬੰਦ ਕਰੋ ਇਹਨੂੰ ਨੈਸ਼ਨਲ ਮੂਵਮੈਂਟ ਬਣਾਓ ਅਸੀਂ ਹਰਿਆਣੇ ਵਾਲੇ ਸਾਰੇ ਬੰਦਿਆਂ ਨਾਲ ਹੁਣ ਮੈਂ ਟੱਚ 'ਚ ਇਸ ਤਰ੍ਹਾਂ ਮੈਂ ਹੋਰ ਵੀ ਕੋਸ਼ਿਸ਼ ਕਰ ਰਿਹਾ ਜਿਹੜੇ ਸੂਬੇ ਆ ਉੱਥੋਂ ਦੀਆਂ ਕਿਸਾਨ ਜਥੇਬੰਦੀਆਂ ਨਾਲ ਅਸੀਂ ਆਪਦਾ ਕੋਈ ਰਾਬਤਾ ਬਣਾਈਏ ਕਲਾਮਬੰਦੀ ਕਰੀਏ ਮੰਨ ਲਓ ਪੰਜਾਬ 'ਚ ਐਮਰਜੈਂਸੀ ਇਨਵੋਕ ਹੋ ਜਾਂਦੀ ਆ ਪਰ ਸਾਰੇ ਸਟੇਟਾਂ 'ਚ ਤਾਂ ਨਹੀਂ ਕਰ ਸਕਦੇ ਨਾ ਦਿੱਲੀ ਘੇਰੀ ਬਾਕੀ ਸੂਬਿਆਂ ਨੂੰ ਨਾਲ ਰਲਾ ਕੇ ਜਾਊਗੀ ਦਿੱਲੀ ਰਾਸ਼ਟਰੀ ਇੱਕ ਲਹਿਰ ਪੈਦਾ ਕਰਕੇ ਇੰਟਰਨੈਸ਼ਨਲ ਲੈਵਲ ਦੀ ਲਹਿਰ ਪੈਦਾ ਕਰਕੇ ਘੇਰੀ ਜਾਊਗੀ ਜੇ ਤੁਸੀਂ ਕਹੋ ਪੰਜਾਬ ਕੱਲਾ ਦਿੱਲੀ ਘੇਰ ਲੂਗਾ ਤਾਂ ਇਹ ਪੋਸੀਬਲ ਨਹੀਂ ਆ ਇਹ ਹੋ ਹੀ ਨਹੀਂ ਸਕਦਾ ਜਦੋਂ ਤੱਕ ਸਾਨੂੰ ਆਪਦੀ ਲਾਮਬੰਦੀ ਉਸ ਲੈਵਲ ਤੱਕ ਨਹੀਂ ਕਰਨੀ ਆਊਗੀ ਸਾਡੇ ਕੋਲੇ ਉਹ ਵਿਜ਼ਨ ਨਹੀਂ ਆ ਅਸੀਂ ਜੇ ਕਹੀਏ ਲੜਾਈ ਜਿੱਤ ਲਾਂਗੇ ਤਾਂ ਲੜਾਈ ਨਹੀਂ ਜਿੱਤੀ ਜਾਣੀ ਤਾਂ ਪੁਰਾਣੇ ਰੀਤੀ ਰਿਵਾਜ ਜਿਹੜੇ ਹੁਣ ਵੀ ਅਪਣਾਏ ਜਾ ਰਹੇ ਆ ਉਹਨਾਂ ਨਾਲ ਲੜਾਈ ਨਹੀਂ ਜਿੱਤੀ ਜਾਣੀ ਮੇਰੇ ਤੇ ਸਵਾਲ ਨਾ ਖੜੇ ਕਰੋ ਜੇ ਅੱਜ ਗਵਾਈਏ ਕਹਿ ਰਹੇ ਆ ਸਾਰੇ ਵੀ ਦੀਪ ਸਿੱਧੂ ਨਵਾਂ ਕੋਈ ਫਰੰਟ ਖੜਾ ਕਰ ਰਿਹਾ ਮੈਂ ਕਿਹਾ ਉਹ ਹਰ ਬੰਦਾ ਉਹਨੂੰ ਹੱਕ ਆ ਜਿਹੜਾ ਪੰਜਾਬ ਲਈ ਲੜ ਰਿਹਾ ਨਵਾਂ ਕੋਈ ਫਰੰਟ ਖੜਾ ਕਰਨ ਵਾਸਤੇ ਇਹਦਾ ਜਵਾਬ ਮੈਨੂੰ ਦਿਓ ਅੱਜ ਜਿਹੜੇ ਸਾਡੇ ਇੱਥੇ ਰਵਾਇਤੀ ਪਾਰਟੀਆਂ ਉਹਨਾਂ ਤੋਂ ਅਸੀਂ ਸੈਟੀਸਫਾਈਡ ਆ ਉਹਨਾਂ ਨੇ ਸਾਡਾ ਭਲਾ ਕੀਤਾ ਕਿਸੇ ਨੇ ਸੋ ਜੇ ਨਹੀਂ ਕੀਤਾ ਤਾਂ ਬਾਈ ਜੀ ਤਖਤਾ ਪਲਟ ਕਰੋ ਲੋਕਾਂ ਦਾ ਭਲਾ ਕਰੋ ਲੋਕਾਂ ਲਈ ਲੜੋ ਇੱਕ ਦੂਜੇ ਨੂੰ ਨਿੰਦੋ ਨਾ ਇੱਕ ਦੂਜੇ ਲਈ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ ਸੋ ਸਾਡੀ ਲੜਾਈ ਇਕੱਠਿਆਂ ਦੀ ਆ ਜੇ ਤੁਸੀਂ ਇਕੱਠੇ ਇੱਕ ਮੋਰਚੇ ਤੋਂ ਨਹੀਂ ਲੜ ਸਕਦੇ ਤਾਂ ਕਿਸੇ ਹੋਰ ਮੋਰਚੇ ਤੋਂ ਲੜ ਲਓ ਜਿੱਥੇ ਤੁਹਾਡੀ ਵਿਚਾਰਧਾਰਾ ਮਿਲਦੀ ਆ ਪਰ ਇਹਦਾ ਮਤਲਬ ਇਹ ਨਹੀਂ ਅਸੀਂ ਇੱਕ ਦੂਜੇ ਨੂੰ ਨਿੰਦਣ ਲੱਗ ਜਾਈਏ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਜਾਈਏ ਮੈਨੂੰ ਐਂ ਲੱਗਦਾ ਲੜਾਈ ਦੀ ਵਿਉਂਤਬੰਦੀ ਸਟ੍ਰੈਟਜੀ ਤੇ ਸਾਡਾ ਵਿਜ਼ਨ ਸਾਡੀ ਸੇਧ ਕੀ ਹੋਣੀ ਚਾਹੀਦੀ ਹੈ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸਮਝਣਾ ਚਾਹੀਦਾ ਔਰ ਇਕੱਲੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ 31 ਜਥੇਬੰਦੀਆਂ ਨੂੰ ਨਹੀਂ ਬਹਿਣਾ ਚਾਹੀਦਾ ਮਜ਼ਦੂਰਾਂ ਨੂੰ ਵੀ ਨਾਲ ਲਓ ਉਹਨਾਂ ਦੀਆਂ ਜਥੇਬੰਦੀਆਂ ਨੂੰ ਨਾਲ ਲਓ ਆੜਤੀਆਂ ਨੂੰ ਨਾਲ ਲਓ ਤੁਹਾਡੀ ਲੜਾਈ ਨੂੰ ਵੱਡੀ ਕਰੋ ਲਾਮਬੰਦੀ ਵੱਡੀ ਕਰੋ ਬਾਕੀ ਸੂਬਿਆਂ ਨੂੰ ਬਾਕੀ ਸਟੇਟਸ ਨੂੰ ਨਾਲ ਲਓ ਮੇਰੀ ਇਹੀ ਅਰਦਾਸ ਤੇ ਬੇਨਤੀ ਆ ਤੇ ਕੱਲ ਨੂੰ ਆਪਾਂ 11 ਵਜੇ ਸ਼ੰਭੂ ਬਾਰਡਰ ਤੇ ਧਰਨਾ ਲਾ ਰਹੇ ਆ ਜਿਹਦੀ ਜ਼ਮੀਰ ਜਿਉਂਦੀ ਆ ਜਿਹੜਾ ਮੇਰੀ ਗੱਲ ਨਾਲ ਕੋਈ ਰਿਲੇਸ਼ਨ ਜਾਂ ਰਿਲੇਟ ਕਰ ਸਕਦਾ ਉਹ ਬੰਦਾ ਉੱਥੇ ਆ ਜੇ ਮੈਂ ਕਿਸੇ ਨੂੰ ਫੋਰਸ ਨਹੀਂ ਕਰ ਰਿਹਾ ਜੀ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰ ਰਿਹਾ
ਵੀ ਹਰ ਪਾਸੇ ਜਿੱਥੇ ਜਿੱਥੇ ਕੋਈ ਸੰਘਰਸ਼ ਕਰ ਰਿਹਾ ਉਹਦਾ ਸਾਥ ਦਿਓ। ਮੈਂ ਕਿਸਾਨ ਜਥੇਬੰਦੀਆਂ ਦੇ ਵੀ ਨਾਲ ਆ, ਪਰ ਮੈਂ ਪੁਰਾਣੇ ਢਾਂਚੇ ਦੇ ਨਾਲ ਨਹੀਂ ਆ, ਮੈਂ ਬੰਦ ਕਮਰਿਆਂ 'ਚ ਮੀਟਿੰਗਾਂ ਦੇ ਨਾਲ ਨਹੀਂ ਆ। ਮੈਂ ਸਿਰਫ ਕੁਝ ਰਿਆਇਤਾਂ ਅੰਸ਼ਕ ਤੌਰ ਤੇ ਪ੍ਰਾਪਤੀਆਂ ਦੇ ਨਾਲ ਨਹੀਂ ਆ, ਮੈਂ ਉਹਨਾਂ ਦਾ ਪੁਰਜ਼ੋਰ ਵਿਰੋਧ ਕਰਦਾ। ਮੈਂ ਅਸਲ ਤੌਰ ਤੇ ਜੇ ਕੋਈ ਸਾਡੇ ਇੱਥੇ ਸਿਸਟਮ ਅਸੀਂ ਕਿਸਾਨਾਂ ਨੂੰ ਦੇ ਸਕੀਏ, ਮਜ਼ਦੂਰਾਂ ਨੂੰ ਦੇ ਸਕੀਏ, ਜਿੱਥੇ ਉਹਨਾਂ ਦਾ ਭਲਾ ਹੋਵੇ, ਸਾਡੇ ਲੋਕਾਂ ਨੂੰ ਉਹ ਸਿਸਟਮ ਦੇ ਸਕੀਏ, ਉਸ ਚੀਜ਼ ਦੇ ਨਾਲ ਆ, ਉਹਦਾ ਮੈਂ ਹਮਾਇਤ ਕਰਦਾ ਉਸ ਚੀਜ਼ ਦੀ। ਤੇ ਪੁਰਾਣੀਆਂ ਗੱਲਾਂ ਦਾ, ਪੁਰਾਣੀ ਪੋਲਿਟਿਕਸ ਦਾ ਮੈਂ ਪੂਰਨ ਤੌਰ ਤੇ ਖੰਡਨ ਕਰਦਾ। ਤੇ ਜਦੋਂ ਖੰਡਨ ਕਰਦੇ ਆ ਉਦੋਂ ਇੱਕ ਬਹੁਤ ਵੱਡੇ ਸਿਸਟਮ ਨਾਲ ਸਾਨੂੰ ਲੜਨਾ ਪੈਂਦਾ। ਮੈਂ ਉਸ ਲੜਾਈ ਲਈ ਵੀ ਤਿਆਰ ਆ। ਮੇਰੇ ਵੱਲੋਂ ਬਹੁਤ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ ਜੀ।